ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦਿ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਬੇਸ਼ੁਮਾਰ ਅਥਾਹ ਅਗਣਿਤ ਅਤੁਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਕਹਾਂ ਭਿਓ ਜੋ ਤਨ ਭਿਓ ਛਿਨ ਛਿਨ। ਪ੍ਰੇਮ ਜਾਏ ਤੋ ਡਰ ਪੈ ਤੇਰੋ ਜਨ। ਤੁਝੈ ਚਰਨ ਅਰਬਿੰਦ ਭਵਨ ਮਨ। ਪਾਨ ਕਰਤ ਪਾਇਓ ਪਾਇਓ ਰਾਮਈਆ ਧਨ ਰਹਾਉ। ਸੰਪਤ ਬਿਪਤ ਪਟਲ ਮਾਇਆ ਧਨ। ਤਾ ਮੈਂ ਮਗਨ ਹੋਤ ਨਾ ਤੇਰੋ ਜਨ। ਪ੍ਰੇਮ ਕੀ ਜੇਵਰੀ ਬਾਧਿਓ ਤੇਰੋ ਜਨ। ਕਹਿ ਰਵਿਦਾਸ ਛੂਟਵੋ ਕਵਣ ਗੁਣ। ਪ੍ਰੇਮ ਕੀ ਜੇਵਰੀ ਬਾਧਿਓ ਤੇਰੋ ਜਨ। ਕਹਿ ਰਵਿਦਾਸ ਛੂਟਵੋ ਕਵਣ ਗੁਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਗੁਰਬਾਣੀ ਦੀ ਪਾਵਨ ਕਥਾ ਵਿਚਾਰ ਨਾਲ ਜੁੜਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਚੱਲ ਰਹੀ ਲੜੀਵਾਰ ਪਾਵਨ ਬਾਣੀ ਦੀ ਕਥਾ, ਜਿਸ ਵਿੱਚੋਂ ਇਸ ਸਮੇਂ ਆਪ ਜੀ ਨੇ ਭਗਤ ਰਵਿਦਾਸ ਜੀ ਦਾ ਆਸਾ ਰਾਗ ਦੇ ਵਿੱਚ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 486 ਅਤੇ 487 ਅੰਗ 'ਤੇ ਸੁਭਾਏਮਾਨ ਹੈ। ਅੱਜ ਦੇ ਇਸ ਪਾਵਨ ਸ਼ਬਦ ਅੰਦਰ ਭਗਤ ਰਵਿਦਾਸ ਜੀ ਸਾਨੂੰ ਕੀ ਉਪਦੇਸ਼ ਕਰ ਰਹੇ ਹਨ। ਪਾਵਨ ਸ਼ਬਦ ਦੇ ਵਿੱਚ ਜੋ ਰਹਾਉ ਦਾ ਬੰਦ ਹੈ, ਤੁਝੈ ਚਰਨ ਅਰਬਿੰਦ ਭਵਨ ਮਨ। ਪਾਨ ਕਰਤ ਪਾਇਓ ਪਾਇਓ ਰਾਮਈਆ ਧਨ। ਕੋਈ ਵੀ ਮਨੁੱਖ ਪਰਮਾਤਮਾ ਦਾ ਜਦੋਂ ਨਾਮ ਜਪਦਾ ਹੈ, ਪੂਰੀ ਭਾਵਨਾ ਦੇ ਨਾਲ ਪ੍ਰਤੀਤ ਦੇ ਨਾਲ, ਤੇ ਇੱਕ ਦਿਨ ਉਹਦੇ ਜੀਵਨ ਦੇ ਵਿੱਚ ਪਰਮਾਤਮਾ ਸਾਖਿਆਤ ਹੋ ਜਾਂਦਾ ਹੈ, ਪ੍ਰਗਟ ਹੋ ਜਾਂਦਾ ਹੈ। ਜਦੋਂ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ ਤੇ ਪਰਮਾਤਮਾ ਦੇ ਨਾਲ ਭਗਤਾਂ ਦੀ, ਰੱਬ ਦੇ ਪਿਆਰਿਆਂ ਦੀ ਵਾਰਤਾਲਾਪ ਹੁੰਦੀ ਹੈ।
ਬਚਨ ਬਿਲਾਸ ਹੁੰਦੇ ਹਨ। ਜਿਵੇਂ ਆਪਾਂ ਗੁਰਬਾਣੀ ਦੇ ਵਿੱਚ ਬਹੁਤ ਸਾਰੇ ਬਚਨ ਇਸ ਪ੍ਰਥਾਏ ਪੜ੍ਹਦੇ ਹਾਂ, ਜਿੱਥੇ ਭਗਤ ਪਰਮਾਤਮਾ ਦੇ ਨਾਲ ਅਭੇਦ ਹੋਇਆ ਹੈ ਤੇ ਉਹ ਅਭੇਦ ਹੋਇਆ ਪਰਮਾਤਮਾ ਦੇ ਨਾਲ ਬਚਨ ਕਰਦਾ ਹੈ, ਪਰਮਾਤਮਾ ਦੇ ਨਾਲ ਉਹਦਾ ਮਿਲਾਪ ਹੋ ਗਿਆ ਹੈ। ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਸ਼ਬਦ ਹਨ। ਜਿਵੇਂ ਆਪਾਂ ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ, ਸਤਿਗੁਰੂ ਜੀ ਪਰਮਾਤਮਾ ਨੂੰ ਮੁਖਾਤਬ ਹੋ ਕੇ ਬਚਨ ਕਰਦੇ ਨੇ, ਹੇ ਵਾਹਿਗੁਰੂ ਮੇਰੀ ਇੱਕ ਕੰਨ ਕਰਕੇ ਅਰਦਾਸ ਸੁਣ। ਜਿਵੇਂ ਆਪਣੇ ਬਿਲਕੁਲ ਕੋਈ ਸਾਹਮਣੇ ਹੋਵੇ ਤੇ ਆਪਾਂ ਉਹਨੂੰ ਕਹਿੰਦੇ ਆ ਕਿ ਇਹ ਵੀਰ ਇਹ ਭਰਾ ਮੇਰੀ ਜਰਾ ਧਿਆਨ ਨਾਲ ਕੰਨ ਲਾ ਕੇ ਗੱਲ ਸੁਣ, ਇੱਧਰ ਧਿਆਨ ਦੇ ਮੇਰੇ ਵੱਲ। ਮਹਾਰਾਜ ਕਹਿੰਦੇ ਜਕ ਅਰਜ ਗੁਪਤਮ ਪੇਸ ਤੋ ਦਰ ਗੋਸ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ। ਹੇ ਵਾਹਿਗੁਰੂ ਮੇਰੀ ਇੱਕ ਅਰਦਾਸ ਹੈ, ਮੇਰੀ ਇੱਕ ਬੇਨਤੀ ਹੈ ਤੇ ਮੈਂ ਉਹ ਤੁਹਾਨੂੰ ਦੱਸਣੀ ਤਾਂ ਹੈ ਜੇ ਮੇਰੀ ਤੁਸੀਂ ਉਹ ਕੰਨ ਕਰਕੇ ਸੁਣੋਗੇ। ਜਕ ਅਰਜ, ਇੱਕ ਅਰਜ ਹੈ ਮੇਰੀ ਤੇਰੇ ਕੋਲ, ਅਰਜ ਮੈਨੇ ਬੇਨਤੀ ਕਰਨੀ, ਅਰਦਾਸ ਕਰਨੀ। ਜਕ ਮੈਨੇ ਇੱਕ, ਜਕ ਅਰਜ ਗੁਪਤਮ ਪੇਸ ਤੋ ਦਰ ਗੋਸ ਕੁਨ ਕਰਤਾਰ। ਆਪਣੇ ਕੰਨ ਕਰ ਇੱਧਰ ਤੇ ਮੇਰੀ ਧਿਆਨ ਨਾਲ ਬੇਨਤੀ ਸੁਣ। ਇਸ ਤਰ੍ਹਾਂ ਹੋਰ ਵੀ ਬਚਨ ਗੁਰਬਾਣੀ ਦੇ ਵਿੱਚ ਇਸ ਪ੍ਰਥਾਏ ਆਏ ਹਨ, ਭਗਤਾਂ ਦੀ ਬਾਣੀ ਦੇ ਵਿੱਚ ਵੀ ਆਏ ਹਨ। ਤੋ ਇੱਥੇ ਭਗਤ ਰਵਿਦਾਸ ਜੀ ਵਾਹਿਗੁਰੂ ਨੂੰ ਕਹਿੰਦੇ ਹਨ, ਪਰਮਾਤਮਾ ਨੂੰ ਕਹਿੰਦੇ ਨੇ ਕਿ ਹੇ ਪਰਮਾਤਮਾ ਵਾਹਿਗੁਰੂ ਤੇਰੇ ਜਿਹੜੇ ਚਰਨ ਕਮਲ ਨੇ, ਹੁਣ ਮੇਰੀ ਆਤਮਾ ਨੇ ਉਸ ਨੂੰ ਆਪਣਾ ਘਰ ਬਣਾ ਲਿਆ, ਭਾਵ ਆਪਣਾ ਪੱਕਾ ਟਿਕਾਣਾ ਲੱਭ ਲਿਆ ਹੈ। ਤੇ ਨਾਲ ਇਹ ਵੀ ਦੱਸਿਆ ਹੈ ਕਿ ਮੈਨੂੰ ਇਹ ਰੱਬ ਦਾ ਨਾਮ ਧਨ ਮਿਲਿਆ ਕਿਵੇਂ ਹੈ। ਕਿਉਂਕਿ ਕੋਈ ਵੀ ਮਨੁੱਖ ਜਦੋਂ ਕਿਸੇ ਵੀ ਪਾਸੇ ਕਾਮਯਾਬ ਹੁੰਦਾ ਹੈ ਤੇ ਲੋਕ ਉਹਨੂੰ ਪੁੱਛਦੇ ਨੇ ਬਈ ਤੂੰ ਇਹ ਕਾਮਯਾਬ ਕਿਵੇਂ ਹੋਇਆ, ਇੰਟਰਵਿਊ ਲੈਂਦੇ ਨੇ ਨਾ। ਦੇਖੋ ਤੁਸੀਂ ਜਦੋਂ ਕੋਈ ਬੰਦਾ ਦੁਨੀਆ ਵਿੱਚ ਕਿਸੇ ਵੀ ਤਰ੍ਹਾਂ ਕਾਮਯਾਬ ਹੁੰਦਾ ਹੈ ਤੋ ਚੈਨਲਾਂ ਵਾਲੇ ਲੋਕ ਆਉਂਦੇ ਨੇ, ਇੰਟਰਵਿਊ ਲੈਂਦੇ ਨੇ ਵੀ ਤੁਸੀਂ ਤੁਹਾਡੇ ਇਹ ਪ੍ਰਾਪਤੀ ਕਿਵੇਂ ਕੀਤੀ ਹੈ, ਤੁਸੀਂ ਕੀ ਮਿਹਨਤ ਕਰਦੇ ਰਹੇ ਹੋ, ਕੀ ਤੁਹਾਡਾ ਤਜਰਬਾ ਹੈ, ਕਿਵੇਂ ਤੁਸੀਂ ਇਸ ਮੰਜ਼ਿਲ ਤੱਕ ਪਹੁੰਚੇ ਹੋ। ਤਾਂ ਉਹ ਜਿਸ ਵੀ ਫੀਲਡ ਦੇ ਵਿੱਚ ਮਨੁੱਖ ਉਹਨੇ ਕੋਈ ਪ੍ਰਾਪਤੀ ਕੀਤੀ ਹੁੰਦੀ ਉਹ ਦੱਸਦਾ ਹੈ ਵੀ ਮੇਰੇ ਬੈਕਗਰਾਉਂਡ ਕੀ ਹੈ, ਮੈਂ ਕਿਵੇਂ ਮਿਹਨਤ ਕੀਤੀ, ਕਿਹੜੇ ਕਿਹੜੇ ਲੋਕ ਮੇਰੇ ਸਹਾਇਕ ਹੋਏ ਤੇ ਕਿਹਨਾਂ ਲੋਕਾਂ ਨੇ ਮੇਰੇ ਰਸਤੇ ਵਿੱਚ ਰੁਕਾਵਟ ਪਾਈ। ਪਰ ਮੈਂ ਆਪਣੇ ਮਾਰਗ 'ਤੇ ਚੱਲਦਾ ਰਿਹਾ ਹਾਂ ਤੇ ਅੱਜ ਮੈਨੂੰ ਇਹ ਮੰਜ਼ਿਲ ਪ੍ਰਾਪਤ ਹੋਈ ਹੈ। ਇਸੇ ਤਰ੍ਹਾਂ ਗੁਰਮੁਖਾਂ ਕੋਲੋਂ, ਰੱਬ ਦੇ ਪਿਆਰਿਆਂ ਕੋਲੋਂ ਵੀ ਪੁੱਛਿਆ ਗਿਆ ਵੀ ਤੁਹਾਡੀ ਆਤਮਾ ਪਰਮਾਤਮਾ ਵਿੱਚ ਲੀਨ ਹੋ ਗਈ ਹੈ, ਦਿਖਾਈ ਦੇਣ ਲੱਗ ਪੈਂਦਾ ਹੈ। ਜਿਵੇਂ ਵੇਖੋ ਕੋਈ ਮਨੁੱਖ ਦੁਨਿਆਵੀ ਤੌਰ 'ਤੇ ਉਹਨੇ ਦੁਨੀਆ ਵਿੱਚ ਕੁਝ ਵੀ ਪ੍ਰਾਪਤੀ ਹੋਵੇ ਕੀਤੀ ਹੋਵੇ, ਦੁਨੀਆ ਵਿੱਚ ਉਹਦਾ ਪਤਾ ਲੱਗ ਜਾਂਦਾ ਹੈ। ਕਿਸੇ ਨੇ ਆਪਣਾ ਬਹੁਤ ਵੱਡਾ ਮਹੱਲ ਬਣਾਇਆ, ਪਤਾ ਲੱਗ ਜਾਂਦਾ ਹੈ ਵੀ ਇਹਨੇ ਬੰਦੇ ਨੇ ਬਹੁਤ ਵੱਡਾ ਮਹੱਲ ਬਣਾਇਆ ਹੈ। ਕਿਸੇ ਵੀ ਤਰ੍ਹਾਂ ਮਨੁੱਖ ਕਿਸੇ ਪਾਸੇ ਤੋਂ ਅੱਗੇ ਹੋਇਆ ਤੇ ਉਹਦਾ ਪਤਾ ਲੱਗ ਜਾਂਦਾ ਹੈ। ਇਸੇ ਤਰ੍ਹਾਂ ਜੋ ਨਾਮ ਦੇ ਅਭਿਆਸੀ ਨੇ, ਜੋ ਪਰਮਾਤਮਾ ਵਿੱਚ ਅਭੇਦ ਹੋ ਜਾਂਦੇ ਨੇ, ਉਹਨਾਂ ਦਾ ਵੀ ਪਤਾ ਲੱਗ ਜਾਂਦਾ ਹੈ। ਤੋ ਪੁੱਛਿਆ ਗਿਆ ਉਹਨਾਂ ਰੱਬ ਦੇ ਪਿਆਰਿਆਂ ਕੋਲੋਂ
ਤਾਂ ਭਗਤ ਰਵਿਦਾਸ ਜੀ ਕਹਿੰਦੇ ਵੀ ਇਹ ਤਾਂ ਰੋਜ਼ ਸਿਮਰਨ ਕਰਦਿਆਂ ਫਿਰ ਅੰਦਰੋਂ ਹੀ ਨਾਮ ਧਨ ਪ੍ਰਾਪਤ ਹੋ ਗਿਆ ਹੈ। ਹੇ ਵਾਹਿਗੁਰੂ, ਤੂੰ ਬਖਸ਼ਿਸ਼ ਕੀਤੀ, ਮੈਨੂੰ ਮੌਕਾ ਦਿੱਤਾ ਤੇ ਮੇਰੀ ਆਤਮਾ ਤੇਰੇ ਵਿੱਚ ਅਭੇਦ ਹੋ ਗਈ। ਇਹ ਤੂੰ ਬਖਸ਼ਿਸ਼ ਕੀਤੀ ਹੈ। ਮੈਂ ਜੋ ਸਿਮਰਨ ਕੀਤਾ ਰੋਜ਼ ਤੇ ਰੋਜ਼ ਸਿਮਰਨ ਕਰਦਿਆਂ ਮੈਨੂੰ ਇਹ ਨਾਮ ਦਾ ਧਨ ਪ੍ਰਾਪਤ ਹੋ ਗਿਆ ਹੈ। ਕੋਈ ਮਨੁੱਖ ਕੁਝ ਵੀ ਸਿੱਖਣ ਲੱਗ ਜਾਵੇ ਨਾ ਰੋਜ਼ ਥੋੜ੍ਹਾ ਪ੍ਰੇਮ ਨਾਲ, ਤੇ ਇੱਕ ਦਿਨ ਉਹ ਪਤਾ ਲੱਗ ਜਾਂਦਾ ਵੀ ਕੋਈ ਕਲਾ ਦਾ ਵਿੱਚ ਉਹ ਮਾਹਰ ਹੋ ਗਿਆ, ਕਲਾ ਦੇ ਵਿੱਚ ਉਹ ਪ੍ਰਪੱਕ ਹੋ ਗਿਆ, ਕਲਾ ਦਾ ਗਿਆਤਾ ਹੋ ਗਿਆ ਹੈ। ਕੋਈ ਵੀ ਅਭਿਆਸ ਤੁਸੀਂ ਸ਼ੁਰੂ ਕਰ ਦੇਵੋ, ਵੇਖੋ ਸਾਡਾ ਜੀਵਨ ਕਿੰਨਾ ਕੀਮਤੀ ਹੈ, ਕਿੰਨਾ ਅਮੋਲਕ ਹੈ। ਤੁਸੀਂ ਨਿਰਾਸ਼ ਨਹੀਂ ਹੋਣਾ ਚਾਹੀਦਾ। ਕੋਈ ਵੀ ਅਭਿਆਸ ਕਰਨ ਲੱਗ ਜਾਵੋ। ਪਰਮਾਤਮਾ ਨੇ ਮਨੁੱਖ ਨੂੰ ਐਸਾ ਬਣਾਇਆ ਜੋ ਚਾਹਵੇ ਬਣ ਸਕਦਾ ਹੈ। ਵੇਖੋ ਕੁੱਤੇ ਨੇ ਕੁੱਤਾ ਹੀ ਰਹਿਣਾ ਹੈ, ਸ਼ੇਰ ਨੇ ਸ਼ੇਰ ਹੀ ਰਹਿਣਾ ਹੈ, ਖੋਤੇ ਨੇ ਖੋਤਾ ਹੀ ਰਹਿਣਾ ਹੈ, ਹਾਥੀ ਨੇ ਹਾਥੀ ਰਹਿਣਾ, ਬਦਲ ਨਹੀਂ ਸਕਦਾ ਉਹ। ਪਰ ਇੱਕ ਮਨੁੱਖ ਵਾਹਿਗੁਰੂ ਨੇ ਐਸਾ ਬਣਾਇਆ ਹੈ ਜੋ ਚਾਹਵੇ ਉਹ ਬਣ ਸਕਦਾ ਹੈ। ਉਹ ਪਸ਼ੂ ਜਾਨਵਰ ਆਪਣੇ ਆਪ ਨੂੰ ਚਾਹੁਣ ਵੀ ਤਬਦੀਲ ਨਹੀਂ ਕਰ ਸਕਦੇ, ਬਦਲ ਨਹੀਂ ਸਕਦੇ। ਬਨਾਸਪਤੀ ਅੰਬ ਦੇ ਬੂਟੇ ਨੂੰ ਅੰਬ ਲੱਗਦੇ ਨੇ, ਕਿੰਨਾ ਵੀ ਯਤਨ ਕੀਤਾ ਜਾਵੇ ਉਹਨੂੰ ਅਮਰੂਦ ਨਹੀਂ ਲੱਗ ਜਾਣੇ। ਕਿੰਨਾ ਵੀ ਸਾਇੰਸ ਤਰੱਕੀ ਕਰੇ ਉਹ ਚੇਂਜ ਨਹੀਂ ਹੋ ਸਕਦਾ। ਪਰ ਵਾਹਿਗੁਰੂ ਨੇ ਮਨੁੱਖ ਇੱਕ ਐਸਾ ਬਣਾਤਾ, ਇਹ ਜੋ ਚਾਹਵੇ ਔਰ ਜਿਸ ਉਮਰ ਵਿੱਚ ਚਾਹਵੇ, ਇਹ ਵੀ ਕੋਈ ਲਿਮਿਟ ਨਹੀਂ ਹੈ। ਆਪਾਂ ਹੁਣ ਕੱਲ੍ਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋਤੀ ਜੋਤ ਸਮਾਨ ਦਾ ਗੁਰਪੁਰਬ ਮਨਾਇਆ ਹੈ। ਤੇ ਵੇਖੋ ਗੁਰੂ ਅਮਰਦਾਸ ਮਹਾਰਾਜ ਜੀ ਜਿਹੜੇ 60 ਸਾਲ ਦੀ 62 ਸਾਲ ਦੀ ਉਮਰ ਦੇ ਵਿੱਚ ਉਹ ਆਉਂਦੇ ਨੇ ਗੁਰੂ ਦਰਬਾਰ ਦੇ ਵਿੱਚ, ਲਗਾਤਾਰ ਫਿਰ ਸੇਵਾ ਕਰਦੇ ਨੇ। ਤੇ ਸੇਵਾ ਕਰਕੇ ਵੇਖੋ ਬਿਰਧ ਅਵਸਥਾ ਦੇ ਵਿੱਚ ਉਹ ਵੀ ਮਹਾਰਾਜ ਨੇ ਇੱਕ ਸਾਡੇ ਵਾਸਤੇ ਨਮੂਨਾ ਤਿਆਰ ਕੀਤਾ ਕਿ ਮਨੁੱਖ ਨਿਰਾਸ਼ ਨਾ ਹੋਵੇ। ਗੁਰੂ ਤਾਂ ਧੁਰ ਦਰਗਾਹੋਂ ਬਖਸ਼ੇ ਹੋਏ ਆਇਓ, ਜਿਸ ਰੂਪ ਦੇ ਵਿੱਚ ਵੀ ਆਏ, ਉਹ ਸਾਨੂੰ ਸਮਝਾਉਣ ਵਾਸਤੇ ਉਹ ਸਾਰਾ ਕੁਝ ਉਹਨਾਂ ਨੇ ਸੰਸਾਰ ਦੇ ਵਿੱਚ ਕਰਕੇ ਵਿਖਾਇਆ ਕਿ ਮਨੁੱਖ ਜੇ ਚਾਹਵੇ ਤਾਂ ਉਹ ਸੱਚੇ ਮਨ ਨਾਲ ਉਹ ਇਸ ਤਰ੍ਹਾਂ ਆਪਣੇ ਜੀਵਨ ਨੂੰ ਸਫਲ ਬਣਾ ਸਕਦਾ ਹੈ। ਬਿਰਧ ਅਵਸਥਾ ਹੋ ਗਈ ਤਾਂ ਵੀ ਡੋਲ ਨਾ, ਤੂੰ ਘਬਰਾ ਨਾ, ਕੋਈ ਗੱਲ ਨਹੀਂ ਜੇ ਤੇਰਾ ਸਮਾਂ ਲੰਘ ਚੁੱਕਾ ਹੈ। ਪਰ ਚੰਗੀ ਗੱਲ ਹੈ ਜੇ ਬਚਪਨ ਨੂੰ ਸੰਭਾਲਿਆ ਜਾਵੇ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ 8 ਸਾਲ ਦੀ ਆਰਜਾ ਵਿੱਚ ਜੋਤੀ ਜੋਤ ਸਮਾ ਜਾਂਦੇ ਨੇ। 8 ਸਾਲ ਬੱਚੇ ਦੀ ਕਿੰਨੀ ਕੁ ਉਮਰ ਹੁੰਦੀ ਹੈ, ਪਰ ਉਸ ਉਮਰ ਵਿੱਚ ਵੀ ਗੁਰੂ ਪਾਤਸ਼ਾਹ ਸਾਨੂੰ ਸਮਝਾਇਆ ਕਿ ਬਚਪਨ ਨੂੰ ਵੀ ਸੰਭਾਲਣਾ ਚਾਹੀਦਾ ਹੈ। ਬਚਪਨ ਵੀ ਕਿਸੇ ਦਾ ਮਹਾਨ ਹੋ ਸਕਦਾ ਹੈ ਅਗਰ ਉਸ ਬਚਪਨ ਨੂੰ ਆਪਾਂ ਬਾਣੀ ਵਾਲੇ ਪਾਸੇ ਜੋੜ ਦਈਏ, ਨਾਮ ਵਾਲੇ ਪਾਸੇ ਜੋੜ ਦਈਏ। ਕਿਸੇ ਦਾ ਬਚਪਨ ਵੀ ਮਹਾਨ ਹੋ ਸਕਦਾ ਹੈ। ਇਹ ਨਾ ਕਹੋ ਵੀ ਬੱਚਾ ਕੁਝ ਨਹੀਂ ਕਰ ਸਕਦਾ। ਆਪਾਂ ਕਈ ਵਾਰ ਕਹਿੰਦੇ ਨਹੀਂ ਅਜੇ ਬੱਚਿਆਂ ਦੇ ਖੇਡਣ ਦੀ ਉਮਰ ਹੈ। ਮਹਾਰਾਜ ਕਹਿੰਦੇ ਇਹ ਗੱਲ ਨਾ ਕਹੋ, ਬੱਚਾ ਵੀ ਬ੍ਰਹਮ ਗਿਆਨੀ ਹੋ ਸਕਦਾ ਹੈ। ਬਸ ਉਹਨੂੰ ਸਮਾਂ ਉਸ ਤਰ੍ਹਾਂ ਦਾ ਵਾਤਾਵਰਣ ਚਾਹੀਦਾ ਹੈ। ਭਾਈ ਕਾਹਨ ਸਿੰਘ ਨਾਭਾ ਮਹਾਨ ਕੋਸ਼ ਉਹਨਾਂ ਨੇ ਲਿਖਿਆ, ਹੋਰ ਬਹੁਤ ਸਾਰੀਆਂ ਉਹਨਾਂ ਦੀਆਂ ਰਚਨਾਵਾਂ ਨੇ। 8 ਸਾਲ ਦੀ ਉਮਰ ਦੇ ਵਿੱਚ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨ ਲੱਗ ਪਏ ਸੀ ਸਾਰਾ। 8 ਸਾਲ ਦਾ ਬੱਚੇ ਦੀ ਕਿੰਨੀ ਕੁ ਉਮਰ ਹੁੰਦੀ ਹੈ। ਤੋ ਇਸ ਤਰ੍ਹਾਂ ਸਾਨੂੰ ਮਹਾਰਾਜ ਨੇ ਪੂਰਨੇ ਪਾ ਕੇ ਦਿੱਤੇ। ਜੇ ਬਿਰਧ ਹੋ ਗਿਆ ਤੇ ਤਾਂ ਵੀ ਘਬਰਾ ਨਾ, ਅਜੇ ਵੀ ਤੂੰ ਜੇ ਦ੍ਰਿੜ ਅਰਾਧਨ ਲੱਗ ਜਾਵੇਂ ਤੇ ਅਜੇ ਵੀ ਰੱਬ ਵਿੱਚ ਅਭੇਦ ਹੋ ਸਕਦਾ ਹੈ। ਇੱਕ ਮਨੁੱਖ ਵਾਹਿਗੁਰੂ ਨੇ ਐਸਾ ਬਣਾਇਆ ਹੈ ਜੋ ਚਾਹਵੇ ਬਣ ਸਕਦਾ, ਪਰ ਅਭਿਆਸ ਕਰਨਾ ਪਵੇਗਾ। ਰੋਜ਼ ਅਭਿਆਸ ਆਪਾਂ ਨੂੰ ਕਰਨਾ ਪਵੇਗਾ। ਬਾਣੀ ਪੜ੍ਹਨ ਲੱਗ ਜਾਓ ਰੋਜ਼। ਤੁਸੀਂ ਘਰ ਦੇ ਵਿੱਚ ਨੇਮ ਬਣਾ ਕੇ ਪ੍ਰੇਮ ਦੇ ਨਾਲ, ਤੇ ਇੱਕ ਦਿਨ ਵੇਖੋ ਰੰਗ ਲੱਗ ਜਾਵੇਗਾ।
ਬਰਕਤਾਂ ਪੈ ਜਾਣਗੀਆਂ। ਸਾਰੇ ਪਾਸੇ ਤੋਂ ਸਿਮਰਨ ਕਰਨ ਲੱਗ ਜਾਵੋ। ਤੋ ਭਗਤ ਰਵਿਦਾਸ ਜੀ ਇੱਥੇ ਉਹ ਅਵਸਥਾ ਨੂੰ ਬਿਆਨ ਕਰ ਰਹੇ ਹਨ। ਗੁਰਮੁਖ ਜਿਸ ਨੂੰ ਨਾਮ ਦਾ ਧਨ ਮਿਲ ਗਿਆ, ਉਹਦਾ ਫਿਰ ਜੀਵਨ ਕੀ ਹੈ, ਉਹ ਫਰਮਾਨ ਕਰ ਰਹੇ ਹਨ। ਆਸਾ ਕਹਾਂ ਭਿਓ ਜੋ ਤਨ ਭਿਓ ਛਿਨ ਛਿਨ। ਆਮ ਦੁਨਿਆਵੀ ਮਨੁੱਖ ਬਜ਼ੁਰਗ ਹੋਵੇ ਤੇ ਉਹ ਡਰਨ ਲੱਗ ਜਾਂਦਾ ਅੰਦਰੋਂ ਵੀ ਮੈਂ ਤਾਂ ਕੁਝ ਕਰ ਨਹੀਂ ਸਕਿਆ, ਪਛਤਾਉਂਦਾ ਹੈ, ਪਛਤਾਤਾਪ ਕਰਦਾ ਹੈ ਵੀ ਮੈਂ ਤਾਂ ਆਪਣੇ ਜੀਵਨ ਵਿੱਚ ਕੁਝ ਕਰ ਨਹੀਂ ਸਕਿਆ, ਨਾ ਸੇਵਾ ਨਾ ਸਿਮਰਨ। ਪਰ ਗੁਰਮੁਖ ਬਜ਼ੁਰਗ ਉਹ ਵੀ ਹੁੰਦਾ ਹੈ, ਪਰ ਉਹ ਡਰਦਾ ਨਹੀਂ ਹੈ। ਉਹ ਕਹਿੰਦਾ ਹੈ ਫਿਰ ਕੀ ਹੋ ਗਿਆ, ਤਨ ਛਿਜ ਗਿਆ ਹੈ, ਤਨ ਪੁਰਾਣਾ ਹੋ ਗਿਆ, ਤਨ ਬਿਰਧ ਹੋ ਗਿਆ ਹੈ। ਕਾਂ ਭਿਓ ਜੋ ਤਨ ਭਿਓ ਛਿਨ ਛਿਨ। ਛਿਜ ਗਿਆ ਹੈ ਤਨ, ਬਿਲਕੁਲ ਪੁਰਾਣਾ ਹੋ ਗਿਆ ਹੈ। ਕਹਿੰਦੇ ਸਾਨੂੰ ਇਸ ਗੱਲ ਦੀ ਹੁਣ ਕੋਈ ਚਿੰਤਾ ਨਹੀਂ। ਇਹ ਤਨ ਭਾਵੇਂ ਛਿਜ ਗਿਆ ਹੈ, ਇਸ ਗੱਲ ਦਾ ਡਰ ਨਹੀਂ ਹੈ। ਇੱਕ ਗੱਲ ਦਾ ਡਰ ਹੈ, ਪ੍ਰੇਮ ਜਾਏ ਤੋ ਡਰ ਪੈ ਤੇਰੋ ਜਨ। ਇਹ ਵਾਹਿਗੁਰੂ ਅਸੀਂ ਤਾਂ ਇਸ ਕਰਕੇ ਡਰਦੇ ਹਾਂ ਵੀ ਤੇਰੇ ਨਾਲੋਂ ਪ੍ਰੇਮ ਨਾ ਟੁੱਟ ਜਾਵੇ। ਜਿਸ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਪਟਨੇ ਦੀ ਧਰਤੀ 'ਤੇ ਗਏ ਨੇ, ਉੱਥੇ ਮਹਾਰਾਜ ਨੇ ਇੱਕ ਗੁਰਮੁਖ ਪਿਆਰਾ ਸੀ ਜੈਤਮਲ, ਉਹਦਾ ਉਧਾਰ ਕੀਤਾ, ਉਹਦਾ ਸਥਾਨ ਬਣਿਆ ਹੋਇਆ ਹੈ। ਪਰ ਉਹ ਪਤਾ ਕਦੋਂ ਦਾ ਭਗਤੀ ਕਰ ਰਿਹਾ ਸੀ, ਬੜੇ ਲੰਮੇ ਸਮੇਂ ਤੋਂ। ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਗਏ ਨਾ ਪਟਨੇ ਦੀ ਧਰਤੀ 'ਤੇ ਉਸ ਭਗਤ ਨੇ, ਗੁਰਮੁਖ ਨੇ ਵੀ ਆਖਿਆ ਸੀ, ਮਹਾਰਾਜ ਮੇਰਾ ਇਹ ਨੇਮ ਹੈ ਕਿ ਮੈਂ ਹਰ ਰੋਜ਼ ਗੰਗਾ ਦਾ ਇਸ਼ਨਾਨ ਕਰਦਾ ਹਾਂ ਅੰਮ੍ਰਿਤ ਵੇਲੇ, ਤੇ ਫਿਰ ਪਰਮਾਤਮਾ ਦੀ ਭਗਤੀ ਵਿੱਚ ਜੁੜ ਜਾਂਦਾ ਹਾਂ। ਮੇਰਾ ਤਨ ਬਿਰਧ ਹੋ ਗਿਆ ਹੈ, ਮੈਨੂੰ ਇੱਕ ਡਰ ਹੈ ਕਿ ਮੇਰਾ ਇਹ ਪ੍ਰੇਮ ਟੁੱਟ ਨਾ ਜਾਏ, ਮੇਰਾ ਇਹ ਨੇਮ ਬਣਿਆ ਜਿਹੜਾ ਟੁੱਟ ਨਾ ਜਾਏ। ਗੁਰੂ ਨਾਨਕ ਪਾਤਸ਼ਾਹ ਜੀ ਨੂੰ ਨੇ ਆਖਿਆ ਮੈਨੂੰ ਮੁਕਤ ਕਰੋ। ਮਹਾਰਾਜ ਕਹਿੰਦੇ ਵੀ 9ਵੇਂ ਜਾਮੇ ਵਿੱਚ ਕਰਾਂਗੇ ਆ ਕੇ। ਉਹ ਕਹਿੰਦਾ ਮਹਾਰਾਜ ਇੰਨਾ ਲੰਮਾ ਸਮਾਂ ਤੇ ਮੈਂ ਤਾਂ ਬਿਰਧ ਹੋਇਆ ਪਿਆ, ਮੈਂ ਰੋਜ਼ ਗੰਗਾ ਦਾ ਇਸ਼ਨਾਨ ਕਰਨ ਜਾਂਦਾ। ਪਾਤਸ਼ਾਹ ਕਹਿੰਦੇ ਵੀ ਤੈਨੂੰ ਹੁਣ ਗੰਗਾ 'ਤੇ ਜਾਣ ਦੀ ਲੋੜ ਨਹੀਂ, ਗੰਗਾ ਆਪ ਤੇਰੇ ਕੋਲ ਚੱਲ ਕੇ ਆਇਆ ਕਰੇਗੀ। ਉੱਥੇ ਗੁਰਦੁਆਰਾ ਬਣਿਆ ਗਊ ਘਾਟ ਸਾਹਿਬ, ਅੱਜ ਵੀ ਤੁਸੀਂ ਜਾਓ ਦਰਸ਼ਨ ਕਰੋਗੇ, ਗੁਰਦੁਆਰਾ ਗਊ ਘਾਟ ਸਾਹਿਬ ਬਣਿਆ ਹੋਇਆ ਹੈ। ਤੇ ਉਹ ਗੰਗਾ ਫਿਰ ਗਊ ਰੂਪ ਧਾਰਨ ਕਰਕੇ ਆ ਕੇ ਰੋਜ਼ ਉਸ ਨੂੰ ਇਸ਼ਨਾਨ ਕਰਾਉਂਦੀ ਸੀ। ਭਗਤ ਗੁਰਮੁਖ ਉਹ ਕਹਿੰਦਾ ਵੀ ਮੇਰਾ ਤਨ ਬਿਰਧ ਹੋ ਗਿਆ, ਮੈਨੂੰ ਇਸ ਗੱਲ ਦਾ ਡਰ ਨਹੀਂ ਵੀ ਮਰ ਜਾਣਾ ਹੈ, ਬਸ ਇਸ ਗੱਲ ਦਾ ਡਰ ਹੈ ਵੀ ਜਿਹੜਾ ਤੇਰੇ ਨਾਲ ਪ੍ਰੇਮ ਬਣਿਆ ਸੀ ਉਹ ਨਾ ਟੁੱਟ ਜਾਵੇ। ਜਿਵੇਂ ਜਿਹੜੇ ਸੰਗਤਾਂ ਗੁਰਦੁਆਰੇ ਆਉਂਦੀਆਂ ਰੋਜ਼ਾਨਾ ਦਾ ਜ਼ਿੰਦਗੀ ਭਰ ਦਾ ਨੇਮ ਬਣਿਆ, ਗੁਰੂ ਗ੍ਰੰਥ ਸਾਹਿਬ ਜੀ ਦੇ ਆ ਕੇ ਦਰਸ਼ਨ ਕਰਦੇ ਨੇ, ਬਾਣੀ ਸੁਣਦੇ ਨੇ, ਕਥਾ ਕੀਰਤਨ ਸੁਣਦੇ ਨੇ, ਤੇ ਉਹ ਜਦੋਂ ਸਰੀਰ ਕੁਝ ਢਿੱਲਾ ਮੱਠਾ ਹੋਵੇ ਤੇ ਉਹ ਰੋਣ ਲੱਗ ਜਾਂਦੇ ਨੇ ਕਿ ਸਾਡੇ ਕੋਲੋਂ ਗੁਰੂ ਦੇ ਦਰਸ਼ਨ ਨਹੀਂ ਅੱਜ ਹੋ ਸਕੇ। ਤਾਂ ਉਹਨਾਂ ਦੇ ਅੰਦਰ ਇਹ ਭਾਵ ਪੈਦਾ ਹੁੰਦਾ ਹੈ ਕਿ ਇਹ ਸੱਚੇ ਪਾਤਸ਼ਾਹ ਕਿਰਪਾ ਕਰੋ, ਜਾਂ ਤਾਂ ਇਹ ਸਰੀਰ ਦੀ ਬੰਦ ਖਲਾਸੀ ਕਰ ਦੇਵੋ, ਜਾਂ ਫਿਰ ਬਲ ਦੇਵੋ, ਤੁਹਾਡੇ ਦਰ 'ਤੇ ਆ ਸਕੀਏ, ਦਰਸ਼ਨ ਕਰ ਸਕੀਏ, ਤੁਹਾਡੀ ਬਾਣੀ ਸੁਣ ਸਕੀਏ। ਕਿਉਂਕਿ ਭਾਵੇਂ ਆਪਾਂ ਘਰ ਬੈਠ ਕੇ ਪਾਠ ਕਰਦੇ ਹਾਂ ਨਾ, ਪਰ ਜਿਹੜਾ ਸਵਾਦ, ਜਿਹੜਾ ਰਸ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਆ ਕੇ ਮਿਲਦਾ ਹੈ ਨਾ, ਉਹ ਗੱਲ ਨਹੀਂ ਬਣਦੀ ਇੰਨੀ। ਤੋ ਗੁਰਮੁਖ ਦੀ ਇਹ ਅਵਸਥਾ ਹੈ, ਪ੍ਰੇਮ ਜਾਏ ਤੋ ਡਰ ਪੈ ਤੇਰੋ ਜਨ। ਮੈਂ ਤਾਂ ਡਰਦਾ ਕਿ ਮੇਰਾ ਪ੍ਰੇਮ ਨਾ ਤੁਹਾਡੇ ਨਾਲ ਟੁੱਟ ਜਾਵੇ। ਐਸਾ ਗੁਰਮੁਖ ਦੇ ਅੰਦਰ ਇਹ ਭਾਵ ਬਣ ਜਾਂਦਾ ਹੈ। ਤੁਝੈ ਚਰਨ ਅਰਬਿੰਦ ਭਵਨ ਮਨ। ਹੇ ਵਾਹਿਗੁਰੂ, ਜਿਹੜੇ ਤੇਰੇ ਚਰਨ ਕਮਲ ਨੇ ਉਹ ਮੇਰੀ ਆਤਮਾ ਦਾ ਟਿਕਾਣਾ ਬਣ ਗਿਆ ਹੈ। ਆਤਮਾ ਸ਼ਬਦ ਵਿੱਚ ਅਭੇਦ ਹੋ ਗਈ ਹੈ, ਬਸ ਸਰੀਰ ਦਾ ਵਲੀਨ ਹੋਣਾ ਬਾਕੀ ਰਹਿ ਜਾਂਦਾ ਹੈ।
ਨਾਮ ਅਭਿਆਸ ਕਰਕੇ ਗੁਰਮੁਖਾਂ ਦੀ ਆਤਮਾ ਪਰਮਾਤਮਾ ਵਿੱਚ ਅਭੇਦ ਹੋ ਜਾਂਦੀ ਹੈ। ਪੰਥ ਦੇ ਮਹਾਨ ਜਿਹੜੇ ਗੁਰਮੁਖ ਪਿਆਰੇ ਬਖਿਆਨ ਕਰਨ ਵਾਲੇ ਕਥਾ ਕਰਨ ਵਾਲੇ ਸੰਤ ਸਿੰਘ ਮਸ਼ਕੀਨ ਇੱਕ ਵਾਰੀ ਉਹ ਮਹਾਂਪੁਰਸ਼ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਉਹਨਾਂ ਕੋਲ ਗਏ ਅਤੇ ਉਹ ਮੰਜੇ 'ਤੇ ਪਏ ਸਨ, ਸਰੀਰ ਨੂੰ ਰੋਗ ਲੱਗ ਗਿਆ ਕੋਈ, ਅਤੇ ਉਹਨਾਂ ਨੇ ਉਹਨਾਂ ਨੂੰ ਆਖਿਆ ਵੀ ਤੁਹਾਨੂੰ ਤਕਲੀਫ ਬਹੁਤ ਹੁੰਦੀ ਹੋਵੇਗੀ। ਤਾਂ ਉਹ ਕਹਿਣ ਲੱਗੇ ਮਸ਼ਕੀਨੀਆਂ ਬਈ ਤੂੰ ਵੀ ਕਿਹੜੇ ਚੱਕਰਾਂ 'ਚ ਪਿਆ ਹੋਇਆ ਹੈ, ਅਸੀਂ ਭੋਜਨ ਛਕਣਾ ਅਸੀਂ ਛਕ ਲਿਆ, ਹੁਣ ਇਹ ਜੂਠਾ ਬਰਤਨ ਜਿਹੜਾ ਮਰਜ਼ੀ ਚੁੱਕ ਲੈ ਜਾਵੇ ਸਾਨੂੰ ਇਹਦਾ ਡਰ ਨਹੀਂ ਰਿਹਾ। ਕਹਿੰਦੇ ਸਰੀਰ ਦਾ ਹੁਣ ਕੋਈ ਡਰ ਨਹੀਂ, ਨਾ ਸਰੀਰ ਦਾ ਸਾਨੂੰ ਕੋਈ ਦੁੱਖ ਦਰਦ ਹੈ, ਕਿਉਂਕਿ ਸ਼ਬਦ ਦਾ ਅਭਿਆਸ ਕਰਕੇ ਆਤਮਾ ਪਰਮਾਤਮਾ ਵਿੱਚ ਅਭੇਦ ਹੋ ਗਈ ਹੈ। ਹੁਣ ਸਾਨੂੰ ਇਸ ਜੂਠੇ ਬਰਤਨ ਦੀ ਲੋੜ ਵੀ ਨਹੀਂ ਹੈ। ਜਦ ਕਿ ਸੰਸਾਰਕ ਬੰਦਾ ਉਹ ਮਰਦਾ ਹੋਇਆ ਆਖਰੀ ਦਮ ਵੀ ਘਰਦਿਆਂ ਨੂੰ ਕਹਿੰਦਾ ਮੈਨੂੰ ਲੈ ਚਲੋ, ਮੈਨੂੰ ਬਚਾ ਲਵੋ, ਪਰ ਜਿਹੜਾ ਸ਼ਬਦ ਵਿੱਚ ਅਭੇਦ ਹੋ ਗਿਆ ਕਹਿੰਦਾ ਹੁਣ ਇਹ ਜੂਠੇ ਬਰਤਨ ਦੀ ਸਾਨੂੰ ਲੋੜ ਨਹੀਂ ਹੈ, ਇਸ ਘੋੜੇ ਦੀ ਸਾਨੂੰ ਲੋੜ ਨਹੀਂ, ਅਸੀਂ ਆਪਣੀ ਮੰਜ਼ਿਲ 'ਤੇ ਪਹੁੰਚ ਗਏ ਹਾਂ। ਹੇ ਵਾਹਿਗੁਰੂ ਮੇਰੀ ਆਤਮਾ ਨੂੰ ਹੁਣ ਤੇਰੇ ਚਰਨਾਂ ਕਮਲਾਂ ਦੀ ਲੀਨਤਾ ਮਿਲ ਗਈ ਹੈ। ਪਾਨ ਕਰਤ ਪਾਇਓ ਪਾਇਓ ਰਾਮਈਆ ਧਨ। ਪਾਨ ਕਹਿੰਦੇ ਨੇ ਪੀਣਾ, ਰੋਜ਼ ਵਾਹਿਗੁਰੂ 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 ਦਾ ਰਸ ਪੀਂਦਿਆਂ ਪੀਂਦਿਆਂ ਇੱਕ ਦਿਨ ਨਾਮ ਧਨ ਦੀ ਪ੍ਰਾਪਤੀ ਹੋ ਗਈ ਹੈ। ਪਾਨ ਕਰਤ ਪਾਇਓ ਪਾਇਓ ਰਾਮਈਆ ਧਨ। ਸਰੀਰ ਕਰਕੇ ਵੀ ਔਰ ਮਨ ਕਰਕੇ ਵੀ ਨਾਮ ਧਨ ਨੂੰ ਪਾ ਲਿਆ ਹੈ, ਭਾਵ ਸਰੀਰ ਵੀ ਸਫਲਾ ਹੋ ਗਿਆ ਹੈ ਔਰ ਇਸ ਤਰ੍ਹਾਂ ਨਾਮ ਦਾ ਧਨ ਉਹਨੂੰ ਮਿਲ ਗਿਆ ਜਿਹਨੇ ਰੋਜ਼ ਅਭਿਆਸ ਕੀਤਾ। ਰਹਾਓ ਵਿਸ਼ਰਾਮ ਦੇ ਕੇ ਕਹਿੰਦੇ ਨੇ ਸੰਪਤ ਬਿਪਤ ਪਟਲ ਮਾਇਆ ਧਨ। ਸੰਸਾਰ ਦੀਆਂ ਤਿੰਨ ਅਵਸਥਾਵਾਂ ਨੇ। ਸੰਸਾਰ ਜਾਂ ਤਾਂ ਬਿਪਤਾ ਵਿੱਚ ਹੁੰਦਾ ਹੈ, ਜਾਂ ਸੰਸਾਰ ਜਿਹੜਾ ਹੈ ਉਹ ਦੁਨੀਆ ਦਾ ਸੁੱਖ ਲੈ ਰਿਹਾ ਹੁੰਦਾ, ਜਾਂ ਦੁੱਖ ਦੇ ਵਿੱਚ ਹੈ, ਜਾਂ ਫਿਰ ਇਹ ਧਨ ਨੂੰ ਇਕੱਠਾ ਕਰਨ ਵਿੱਚ ਲੱਗਾ ਹੋਇਆ ਹੈ। ਭਗਤ ਰਵਿਦਾਸ ਜੀ ਕਹਿੰਦੇ ਅਸੀਂ ਨਾ ਤਿੰਨੇ ਅਵਸਥਾ ਤੋਂ ਆਪਣੇ ਮਨ ਨੂੰ ਪਰੇ ਕਰ ਲਿਆ ਹੈ। ਨਾ ਸਾਨੂੰ ਦੁੱਖ, ਨਾ ਅਸੀਂ ਸੁੱਖ ਨੂੰ ਕੋਈ ਇਹ ਚੰਗਾ ਸਮਝਦੇ ਹਾਂ, ਅਤੇ ਨਾ ਸਾਨੂੰ ਦੁਨਿਆਵੀ ਪਦਾਰਥਾਂ ਨਾਲ ਸਾਡਾ ਕੋਈ ਸੰਬੰਧ ਰਹਿ ਗਿਆ ਹੈ। ਸੰਪਤ ਬਿਪਤ ਸੰਪਤ ਸੰਪਤੀ, ਬਿਪਤ ਬਿਪਤਾ, ਪਟਲ ਮਾਇਆ ਧਨ। ਅਤੇ ਮਾਇਆ ਦਾ ਬਹੁਤਾ ਧਨ ਇਕੱਠਾ ਕਰਨਾ ਵੀ ਅੰਬਾਰ ਲਾ ਲੈਣੇ ਨੇ। ਕਹਿੰਦੇ ਨੇ ਤਾਂ ਮੈਂ ਮਗਨ ਨਾ ਹੋਤ ਤੇਰੋ ਜਨ। ਤੇਰਾ ਜਨ ਤੇਰਾ ਭਗਤ ਇਹਨਾਂ ਚੀਜ਼ਾਂ ਦੇ ਵਿੱਚ ਖਚਤ ਨਹੀਂ ਹੁੰਦਾ, ਭਾਵ ਉਹ ਦੁੱਖ ਵਿੱਚ ਬਹੁਤਾ ਕਲਪਦਾ ਨਹੀਂ ਹੈ, ਸੁੱਖ ਵਿੱਚ ਬਹੁਤਾ ਛਾਲਾਂ ਨਹੀਂ ਮਾਰਦਾ, ਅਤੇ ਬਹੁਤਾ ਧਨ ਵਾਸਤੇ ਉਹ ਭੱਜ ਦੌੜ ਨਹੀਂ ਕਰਦਾ ਵੀ ਆਪਾਂ ਹੋਰ ਦੁਨੀਆ ਦੇ ਧਨ ਨੂੰ ਇਕੱਠਾ ਕਰ ਲਈਏ। ਕਿਉਂਕਿ ਜਦੋਂ ਆਪਾਂ ਉਸ ਪਾਸੇ ਚੱਲਾਂਗੇ ਬਹੁਤਾ ਫਿਰ ਆਪਾਂ ਨੇਮ ਨਹੀਂ ਕਰ ਸਕਾਂਗੇ, ਬਾਣੀ ਨਹੀਂ ਪੜ੍ਹ ਸਕਾਂਗੇ, ਦਿਨ ਰਾਤ ਉਸੇ ਪਾਸੇ ਹੀ। ਤੋ ਭਗਤ ਰਵਿਦਾਸ ਜੀ ਕਹਿੰਦੇ ਜਿਵੇਂ ਭਗਤ ਕਬੀਰ ਸਾਹਿਬ ਜੀ ਨੇ ਬਚਨ ਆਖੇ ਨੇ ਸੰਪੈ ਦੇਖ ਨਾ ਹਰਖੀਐ ਬਿਪਤ ਦੇਖ ਨਾ ਰੋਏ। ਜਿਉਂ ਸੰਪੈ ਤੋਂ ਬਿਪਤ ਹੈ ਬਿਧ ਨੇ ਰਚਿਆ ਸੋ ਹੋਏ। ਆਮ ਸੰਸਾਰਕ ਬੰਦਾ ਆਪਾਂ ਦੁੱਖ ਵਿੱਚ ਰੋਣ ਲੱਗ ਜਾਂਦੇ ਹਾਂ, ਸੁੱਖ ਦੇ ਵਿੱਚ ਬੰਦਾ ਛਾਲਾਂ ਮਾਰਨ ਲੱਗ ਜਾਂਦਾ ਹੈ। ਭਗਤ ਇਹਨਾਂ ਚੀਜ਼ਾਂ ਤੋਂ ਅੱਗੇ ਲੰਘ ਜਾਂਦਾ ਹੈ। ਪ੍ਰੇਮ ਕੀ ਜੇਵਰੀ ਬਾਧਿਓ ਤੇਰੋ ਜਨ। ਹੇ ਵਾਹਿਗੁਰੂ ਤੂੰ ਆਪਣੀ ਪ੍ਰੇਮ ਦੀ ਜੇਵਰੀ ਨਾਲ ਸਾਨੂੰ ਬੰਨ੍ਹ ਲਿਆ, ਪ੍ਰੇਮ ਦੀ ਰੱਸੀ ਨਾਲ ਬੰਨ੍ਹ ਲਿਆ ਹੈ। ਇੱਕ ਥਾਂ 'ਤੇ ਭਗਤ ਰਵਿਦਾਸ ਜੀ ਇਹ ਵੀ ਬਚਨ ਕਰਦੇ ਨੇ ਕਿ ਜੋ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬਾਧੇ। ਆਪਣੇ ਛੂਟਣ ਕੋ ਯਤਨ ਕਰੋ ਹਮ ਛੂਟੇ ਤੁਮ ਅਰਾਧੇ। ਪ੍ਰੇਮ ਦੀ ਜੇਵਰੀ ਨਾਲ ਵਾਹਿਗੁਰੂ ਤੂੰ ਸਾਨੂੰ ਆਪਣੇ ਨਾਲ ਜੋੜ ਲਿਆ ਹੈ, ਭਾਵ ਸਾਡੇ 'ਤੇ ਬਖਸ਼ਿਸ਼ ਕੀਤੀ ਹੈ। ਕਹਿ ਰਵਿਦਾਸ ਛੂਟਵੋ ਕਵਣ ਗੁਣ। ਕਹਿੰਦੇ ਵਾਹਿਗੁਰੂ ਪਰਮਾਤਮਾ ਨੇ ਸਾਨੂੰ ਬੜਾ ਪ੍ਰੇਮ, ਬੜੀ ਬਖਸ਼ਿਸ਼ ਦਾ ਮਾਲਕ ਹੈ ਉਹ। ਭਾਈ ਗੁਰਦਾਸ ਜੀ ਕਹਿੰਦੇ ਵੀ ਤੁਸੀਂ ਥੋੜ੍ਹਾ ਜਿਹਾ ਵੀ ਪ੍ਰੇਮ ਕਰੋਗੇ ਨਾ ਤੇ
ਗੁਰੂ ਪਰਮਾਤਮਾ ਸਾਨੂੰ ਉਦੋਂ ਕਰੋੜਾਂ ਗੁਣਾ ਜ਼ਿਆਦਾ ਕਰਦਾ ਹੈ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ, ਚੱਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਆਪਾਂ ਇੱਕ ਕਦਮ ਚੁੱਕਿਆ, ਗੁਰੂ ਕਰੋੜਾਂ ਕਦਮ ਅੱਗੇ ਹੋ ਕੇ ਮਿਲਦਾ ਹੈ। ਥੋੜ੍ਹਾ ਜਿਹਾ ਵੀ ਪ੍ਰੇਮ ਨਾਲ ਬਾਣੀ ਪੜ੍ਹਨ ਲੱਗ ਜਾਵੀਏ, ਗੁਰੂ ਦੀ ਬੜੀ ਬਖਸ਼ਿਸ਼ ਹੋਣ ਲੱਗ ਜਾਂਦੀ ਹੈ। ਅਤੇ ਐਸਾ ਪ੍ਰੇਮ ਉਹਦੇ ਵਿੱਚੋਂ ਛੁੱਟ ਜਾਣਾ ਕਿਹੜਾ ਗੁਣ ਵਾਲੀ ਗੱਲ ਹੋਵੇਗੀ? ਉਹਨੂੰ ਕੋਈ ਚੰਗਾ ਥੋੜ੍ਹਾ ਆਖੇਗਾ। ਜਿਵੇਂ ਕੋਈ ਮਨੁੱਖ ਰਾਜੇ ਦੇ ਮਹੱਲਾਂ ਨੂੰ ਛੱਡ ਕੇ ਅਤੇ ਝੌਂਪੜੀ ਵਿੱਚ ਜਾ ਕੇ ਰਹਿਣ ਲੱਗ ਜਾਵੇ, ਉਹਨੂੰ ਕੋਈ ਚੰਗਾ ਆਖੇਗਾ? ਕੋਈ ਚੰਗਾ ਨਹੀਂ ਆਖੇਗਾ। ਜਿਹੜਾ ਰੱਬ ਦੇ ਪਿਆਰ ਨੂੰ ਛੱਡ ਕੇ ਦੁਨੀਆ ਨਾਲ ਪ੍ਰੀਤ ਕਰਦਾ ਹੈ, ਕੋਈ ਦੁਨੀਆ ਦੇ ਲੋਕ ਉਹਨੂੰ ਚੰਗਾ ਨਹੀਂ ਆਖਦੇ, ਪਰ ਜਿਹੜਾ ਰੱਬ ਨਾਲ ਪਿਆਰ ਕਰਦਾ ਹੈ ਉਹਨੂੰ ਸਾਰੇ ਪਿਆਰ ਕਰਦੇ ਨੇ, ਸਾਰੇ ਸਤਿਕਾਰ ਕਰਦੇ ਨੇ। ਇਸ ਕਰਕੇ ਭਗਤ ਰਵਿਦਾਸ ਜੀ ਕਹਿੰਦੇ, ਭਾਈ ਕਹਿ ਰਵਿਦਾਸ ਛੂਟਬੋ ਕਵਣ ਗੁਣ। ਵਾਹਿਗੁਰੂ ਦੇ ਪ੍ਰੇਮ ਵਿੱਚ ਛੁੱਟਣਾ ਕੋਈ ਗੁਣ ਵਾਲੀ ਗੱਲ ਨਹੀਂ ਹੈ। ਇਹਦੇ ਵਿੱਚ ਦੱਸੋ ਕਿਹੜਾ ਗੁਣ ਵਾਲੀ ਗੱਲ ਹੋ ਗਈ? ਰੱਬ ਦਾ ਪਿਆਰ ਵਸਾਰ ਕੇ, ਰੱਬ ਦੀ ਭਗਤੀ ਛੱਡ ਕੇ ਹੋਰ ਪਾਸੇ ਤੁਰਨਾ, ਇਹ ਕੋਈ ਗੁਣ ਵਾਲੀ ਗੱਲ ਨਹੀਂ। ਦੱਸੋ ਇਹ ਕਿਹੜਾ ਗੁਣ ਹੈ? ਇਹ ਕੋਈ ਗੁਣ ਨਹੀਂ ਹੈ, ਕਿਉਂਕਿ ਮਨੁੱਖ ਹੋਰ ਗੁਣ ਇਕੱਠੇ ਕਰਦਾ ਹੈ, ਭਗਤੀ ਦਾ ਗੁਣ ਨਹੀਂ ਰੱਖਦਾ। ਦੇਖੋ ਜਿੱਥੇ ਦੁਨਿਆਵੀ ਗੁਣ ਹੋਣੇ ਚਾਹੀਦੇ, ਉੱਥੇ ਸਾਡੇ ਕੋਲ ਵਾਹਿਗੁਰੂ ਦੀ ਭਗਤੀ ਕਰਨ ਦਾ ਵੀ ਗੁਣ ਹੋਣਾ ਚਾਹੀਦਾ ਹੈ। ਇਸ ਕਰਕੇ ਭਗਤ ਰਵਿਦਾਸ ਜੀ ਕਹਿੰਦੇ ਨੇ, ਭਾਈ ਜਿਹੜਾ ਵੀ ਪ੍ਰੇਮ ਦੇ ਨਾਲ ਅਭਿਆਸ ਕਰੇਗਾ ਉਹਨੂੰ ਰੱਬ ਦੇ ਨਾਮ ਦਾ ਧਨ ਮਿਲ ਜਾਵੇਗਾ। ਜਿਹਨੂੰ ਰੱਬ ਦੇ ਨਾਮ ਦਾ ਧਨ ਮਿਲ ਗਿਆ ਉਹਨੂੰ ਫਿਰ ਮੌਤ ਤੋਂ ਡਰ ਨਹੀਂ ਲੱਗਦਾ। ਉਹਨੂੰ ਸਰੀਰ ਦੀ ਕੋਈ ਵੀ ਅਵਸਥਾ ਹੈ, ਸਰੀਰ ਦੀ ਦੁੱਖ ਸੁੱਖ ਦੀ ਅਵਸਥਾ ਹੈ, ਰੋਗ ਦੀ ਅਵਸਥਾ ਹੈ, ਰੋਗ ਦੁੱਖ ਇਹ ਤਾਂ ਅਵਤਾਰਾਂ ਪੈਗੰਬਰਾਂ 'ਤੇ ਵੀ ਆਉਂਦੇ ਨੇ। ਆਮ ਮਨੁੱਖ ਕਲਪ ਜਾਂਦਾ ਹੈ, ਪਰ ਉਹ ਨਾਮ ਦੇ ਅਭਿਆਸੀ ਇਹਦੇ ਤੋਂ ਕਲਪਦੇ ਨਹੀਂ ਹਨ। ਸੋ ਇਸ ਤਰ੍ਹਾਂ ਪਾਵਨ ਬਾਣੀ ਦੁਆਰਾ ਭਗਤ ਰਵਿਦਾਸ ਜੀ ਸਾਨੂੰ ਉਪਦੇਸ਼ ਕੀਤਾ ਹੈ। ਪ੍ਰੇਮ ਦੇ ਨਾਲ ਬਾਣੀ ਪੜ੍ਹੀਏ, ਨਾਮ ਦਾ ਅਭਿਆਸ ਕਰੀਏ, ਗੁਰੂ ਦੀ ਮੱਤ ਲੈ ਕੇ ਚੱਲੀਏ, ਤਾਂ ਜੋ ਸਾਡਾ ਵੀ ਇਹ ਜੀਵਨ ਸਫਲ ਹੋ ਜਾਵੇ, ਕਿਤੇ ਲੇਖੇ ਵਿੱਚ ਲੱਗ ਜਾਵੇ। ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।